ਉਤਪਤ ਅਧਿਆਇ 31। ਉਸਨੇ ਲਾਬਾਨ ਦੇ ਪੁੱਤਰਾਂ ਦੀਆਂ ਗੱਲਾਂ ਸੁਣੀਆਂ ਜੋ ਕਹਿੰਦੇ ਸਨ ਕਿ ਯਾਕੂਬ ਸਾਡੇ ਪਿਤਾ ਦਾ ਸਭ ਕੁਝ ਲੈ ਗਿਆ ਅਤੇ ਸਾਡੇ ਪਿਤਾ ਦੇ ਮਾਲ ਤੋਂ ਇਹ ਸਾਰਾ ਧਨ ਉਹਨੇ ਪਾਇਆ ਹੈ। ਫਿਰ ਯਾਕੂਬ ਨੇ ਲਾਬਾਨ ਦਾ ਮੂੰਹ ਦਿੱਤਾ ਤਾਂ ਵੇਖੋ ਉਹ ਅੱਗੇ ਵਾਂਗੂ ਉਹਦੀ ਵੱਲ ਨਹੀਂ ਸੀ। ਫਿਰ ਯਹੋਵਾ ਨੇ ਯਾਕੂਬ ਨੂੰ ਆਖਿਆ, ਤੂੰ ਆਪਣੇ ਪਿਓ ਦਾਦਿਆਂ ਦੇ ਦੇਸ ਨੂੰ ਔਰ ਆਪਣੀਆਂ ਸਾਖਾਂ ਕੋਲ ਮੁੜ ਜਾ, ਮੈਂ ਤੇਰੇ ਅੰਗ ਸੰਗ ਹੋਵਾਂਗਾ। ਤਾਂ ਯਾਕੂਬ ਨੇ ਰਾਕੇਲ ਔਰ ਲੇਆ ਨੂੰ ਰੜੇ ਵਿੱਚ ਆਪਣੀ ਇੱਜੜ ਕੋਲ ਬੁਲਾ ਕੱਲਿਆ ਅਤੇ ਉਹਨਾਂ ਨੂੰ ਆਖਿਆ, ਮੈਂ ਵੇਖਦਾ ਹਾਂ ਕਿ ਤੁਹਾਡੇ ਪਿਤਾ ਦਾ ਮੂੰਹ ਮੇਰੀ ਵੱਲ ਅੱਗੇ ਵਾਂਗੂ ਨਹੀਂ ਹੈ, ਤਾਂ ਵੀ ਮੇਰੇ ਪਿਤਾ ਦਾ ਪਰਮੇਸ਼ਰ ਮੇਰੇ ਅੰਗ ਸੰਗ ਰਿਹਾ। ਤੁਸੀਂ ਜਾਣਦਿਆਂ ਹੋ ਕਿ ਮੈਂ ਆਪਣੇ ਸਾਰੇ ਬਲ ਨਾਲ ਤੁਹਾਡੇ ਪਿਤਾ ਦੀ ਟਹਿਲ ਕੀਤੀ ਹੈ, ਪਰ ਤੁਹਾਡੇ ਪਿਤਾ ਨੇ ਮੇਰੇ ਨਾਲ ਧੋਖਾ ਕਮਾਇਆ ਔਰ ਮੇਰੀ ਤਲਬ 10 ਵਾਰੀ ਬਦਲੀ, ਪਰ ਪਰਮੇਸ਼ਰ ਨੇ ਉਸ ਤੋਂ ਮੈਨੂੰ ਕਾਟਾ ਪੈਣ ਨਾ ਦਿੱਤਾ। ਜੇ ਉਸ ਐਂ ਆਖਿਆ ਕਿ ਚਿਤਲੀਆਂ ਤੇਰੀ ਮਜ਼ਦੂਰੀ ਹਨ, ਤਾਂ ਸਾਰੇ ਇੱਜੜ ਨੇ ਚਿਤਲੇ ਹੀ ਬੱਚੇ ਦਿੱਤੇ, ਅਤੇ ਜੇ ਉਸ ਆਖਿਆ ਕਿ ਗਦਰੇ ਤੇਰੀ ਮਜ਼ਦੂਰੀ ਹਨ, ਤਾਂ ਸਾਰੇ ਇੱਜੜ ਨੇ ਗਦਰੇ ਹੀ ਬੱਚੇ ਦਿੱਤੇ। ਸੋ ਪਰਮੇਸ਼ਰ ਨੇ ਤੁਹਾਡੇ ਪਿਤਾ ਦਾ ਡੰਗਰ ਖੋ ਕੇ ਮੈਨੂੰ ਦਿੱਤੇ। ਅਤੇ ਯੂੰ ਹੋਇਆ ਕਿ ਜਿਸ ਵੇਲੇ ਇੱਜੜ ਬੇਗ ਵਿੱਚ ਆਉਂਦਾ ਸੀ, ਤਾਂ ਮੈਂ ਸੁਪਨੇ ਵਿੱਚ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ, ਔਰ ਵੇਖੋ ਜਿਹੜੇ ਬੱਕਰੇ ਇੱਜੜ ਉੱਪਰ ਟੱਪਦੇ ਸਨ ਉਹ ਗਦਰੇ ਔਰ ਚਿਤਲੇ ਔਰ ਚਿਤਕਬਰੇ ਸਨ। ਤਾਂ ਪਰਮੇਸ਼ਰ ਦੇ ਦੂਤ ਨੇ ਮੈਨੂੰ ਸੁਪਨੇ ਵਿੱਚ ਆਖਿਆ, ਯਾਕੂਬ। ਮੈਂ ਆਖਿਆ, ਮੈਂ ਹਾਜ਼ਰ ਹਾਂ। ਤਦ ਉਸ ਆਖਿਆ, ਆਪਣੀਆਂ ਅੱਖਾਂ ਚੁੱਕ ਕੇ ਵੇਖ ਕਿ ਸਾਰੇ ਬੱਕਰੇ ਜਿਹੜੇ ਇੱਜੜ ਦੇ ਉੱਤੇ ਟੱਪਦੇ ਸਨ ਗਦਰੇ ਔਰ ਚਿਤਲੇ ਔਰ ਚਿਤਕਬਰੇ ਹਨ, ਕਿਉਂ ਜੋ ਮੈਂ ਜੋ ਕੁਝ ਲਾਬਾਨ ਨੇ ਤੇਰੇ ਨਾਲ ਕੀਤਾ ਹੈ ਸਭ ਡਿੱਠਾ ਹੈ। ਮੈਂ ਬੇਤੇਲ ਦਾ ਪਰਮੇਸ਼ਰ ਹਾਂ, ਜਿੱਤੇ ਤੈਂ ਤੰਮ ਉੱਤੇ ਤੇਲ ਮਲਿਆ ਅਤੇ ਮੇਰੀ ਸੁੱਕ ਨਾ ਸੁੱਕੀ। ਹੁਣ ਉੱਠ ਔਰ ਇਸ ਦੇਸ਼ ਤੋਂ ਨਿਕਲ ਕੇ ਆਪਣੀ ਜਨਮ ਭੂਮੀ ਨੂੰ ਮੁੜ ਜਾ। ਤਾਂ ਰਾਕੇਲ ਔਰ ਲੇਆ ਨੇ ਉੱਤਰ ਦੇ ਕੇ ਆਖਿਆ ਕਿ ਅਜੇ ਤੱਕ ਸਾਡੇ ਪਿਤਾ ਦੇ ਘਰ ਵਿੱਚ ਸਾਡਾ ਕੋਈ ਹਿੱਸਾ ਅਧਿਕਾਰ ਹੈ ਕਿ ਅਸੀਂ ਉਹਦੇ ਅੱਗੇ ਉੱਪਰਿਆਂ ਨਹੀਂ ਰਹੀਆਂ, ਕਿਉਂ ਜੋ ਉਸਨੇ ਸਾਨੂੰ ਵੇਚ ਲਿਆ और साड़ी चांदी भी खा गया, और सब धन जो परमेश्वर ने साडे पिता तो लिया वो साडा और साडे पुत्रां दा है। और हुण जो कुछ तेनू परमेश्वर ने आखिया है सो ही कर। तां याकूब ने उठ के अपने पुत्रां और तीवियां नू ऊंटां उत्ते चढ़ाया और अपने सारे डंगरां नू और अपने माल नू जो उसने इकट्ठा कीता, अर्थात वो डंगर जो उसने बदन आराम विच कमा के इकट्ठे कीते हक ਲਈ, ਤਾਂ ਜੋ ਕਨਾਨ ਦੇਸ ਨੂੰ ਆਪਣੇ ਪਿਤਾ ਇਸਹਾਕ ਕੋਲ ਚਲਾ ਜਾਵੇ। ਲਾਬਾਨ ਬਾਹਰ ਆਪਣੀਆਂ ਭੇਡਾਂ ਦੀ ਊਣ ਕਤਰਨ ਲਈ ਗਿਆ ਹੋਇਆ ਸੀ, ਔਰ ਰਾਕੇਲ ਆਪਣੇ ਪਿਤਾ ਦੇ ਘਰੇਲੂ ਬੁੱਤਾਂ ਨੂੰ ਚੁਰਾ ਕੇ ਲੈ ਗਈ। ਸੋ ਯਾਕੂਬ ਲਾਬਾਨ ਆਰਾਮੀ ਤੋਂ ਚੋਰੀ ਚਲਾ ਗਿਆ, ਅਰਥਾਤ ਉਸ ਨੂੰ ਨਾ ਦੱਸਿਆ ਕਿ ਮੈਂ ਭੱਜ ਰਿਹਾ ਹਾਂ। ਤਾਂ ਉਹ ਆਪਣੇ ਸਭ ਕੁਝ ਨਾਲ ਲੈ ਕੇ ਭੱਜਿਆ ਅਤੇ ਉੱਠ ਕੇ ਦਰਿਆ ਪਾਰ ਲੰਘ ਗਿਆ ਅਤੇ ਆਪਣਾ ਮੂੰਹ ਗਿਲਿਆਦ ਦੇ ਪਹਾੜ ਵੱਲ ਕੀਤਾ। ਤੀਜੇ ਦਿਨ ਲਾਬਾਨ ਨੂੰ ਖਬਰ ਮਿਲੀ ਕਿ ਯਾਕੂਬ ਭੱਜ ਗਿਆ ਹੈ। ਤਾਂ ਉਸ ਆਪਣੇ ਭਰਾਵਾਂ ਨੂੰ ਨਾਲ ਲੈ ਕੇ 7 ਦਿਨਾਂ ਦਾ ਪੈਂਡਾ ਕਰਕੇ ਉਸ ਦਾ ਪਿੱਛਾ ਕੀਤਾ ਔਰ ਉਸ ਨੂੰ ਗਿਲਿਆਦ ਦੇ ਪਹਾੜ ਉੱਤੇ ਜਾ ਲਿਆ। ਪਰ ਪਰਮੇਸ਼ਰ ਨੇ ਲਾਬਾਨ ਆਰਾਮੀ ਦੇ ਕੋਲ ਰਾਤ ਦੇ ਸੁਪਨੇ ਵਿੱਚ ਜਾ ਕੇ ਆਖਿਆ, ਖਬਰਦਾਰ ਹੋ ਔਰ ਯਾਕੂਬ ਦੇ ਨਾਲ ਭਲਾ ਬੁਰਾ ਨਾ ਬੋਲ। ਤਾਂ ਲਾਬਾਨ ਯਾਕੂਬ ਨੂੰ ਜਾ ਮਿਲਿਆ ਔਰ ਯਾਕੂਬ ਨੇ ਆਪਣੇ ਤੰਬੂ ਪਹਾੜ ਉੱਤੇ ਖੜਾ ਕੀਤਾ ਸੀ ਅਤੇ ਲਾਬਾਨ ਨੇ ਵੀ ਆਪਣਾ ਭਰਾਵਾਂ ਦੇ ਨਾਲ ਗਿਲਿਆਦ ਦੇ ਪਹਾੜ ਉੱਤੇ ਤੰਬੂ ਖੜਾ ਕੀਤਾ। ਤਾਂ ਲਾਬਾਨ ਨੇ ਯਾਕੂਬ ਨੂੰ ਆਖਿਆ, ਤੈਂ ਕੀ ਕੀਤਾ ਜੋ ਤੂੰ ਮੈਥੋਂ ਚੋਰੀ ਭੱਜ ਆਇਆ ਹੈ, ਔਰ ਤੂੰ ਮੇਰੀਆਂ ਧੀਆਂ ਨੂੰ ਤੇਗ ਨਾਲ ਕੀਤੇ ਹੋਏ ਕੈਦੀਆਂ ਵਾਂਗੂ ਹੱਕ ਲਿਆਇਆ ਹੈ।
ਤੂੰ ਕਿਉਂ ਲੁਕ ਕੇ ਭੱਜਾ ਔਰ ਮੈਨੂੰ ਟੰਗਿਆ ਔਰ ਮੈਨੂੰ ਕਿਉਂ ਨਾ ਖਬਰ ਦਿੱਤੀ ਤਾਂ ਜੋ ਮੈਂ ਤੈਨੂੰ ਕੁਸੀ ਔਰ ਰਾਗ ਰੰਗ ਔਰ ਦਫਾ ਔਰ ਬਰਬਤਾ ਨਾਲ ਵਿਦਿਆ ਕਰਦਾ। ਤੈਂ ਮੈਨੂੰ ਆਪਣੀ ਪੁੱਤਰ ਧੀਆਂ ਨੂੰ ਕਿਉਂ ਚੁੰਮਣ ਨਾ ਦਿੱਤਾ। ਹੁਣ ਤੈਂ ਮੂਰਖਪੁਣਾ ਕੀਤਾ। ਹੁਣ ਮੇਰੇ ਹੱਥਾਂ ਵਿੱਚ ਸ਼ਕਤੀ ਹੈ ਕਿ ਤੇਰੇ ਨਾਲ ਬੁਰੀਆਈ ਕਰਾਂ। ਪਰ ਤੁਹਾਡੇ ਪਿਤਾ ਦੇ ਪਰਮੇਸ਼ਰ ਨੇ ਕੱਲ ਰਾਤ ਮੈਨੂੰ ਆਖਿਆ ਕਿ ਖਬਰਦਾਰ ਹੋ ਔਰ ਯਾਕੂਬ ਨਾਲ ਭਲਾ ਬੁਰਾ ਨਾ ਬੋਲ। ਹੁਣ ਤੂੰ ਚੱਲਿਆ ਤਾਂ ਹੈ ਹੀ ਕਿਉਂ ਜੋ ਤੂੰ ਆਪਣੇ ਪਿਤਾ ਦੇ ਘਰ ਲਈ ਅੱਤ ਲੋਚਦਾ ਹੈ, ਪਰ ਤੂੰ ਮੇਰੇ ਦੇਵਤਿਆਂ ਨੂੰ ਕਿਉਂ ਚੁਰਾਇਆ। ਤਾਂ ਯਾਕੂਬ ਨੇ ਲਾਬਾਨ ਨੂੰ ਉੱਤਰ ਦੇਖਿਆ ਕਿਹਾ, ਇਸ ਲਈ ਕਿ ਮੈਂ ਡਰਿਆ ਤੇ ਮੈਂ ਆਖਿਆ ਕਿ ਤੂੰ ਮੈਥੋਂ ਆਪਣੀਆਂ ਧੀਆਂ ਨੂੰ ਜ਼ੋਰ ਨਾਲ ਖੋ ਕੇ ਲੈ ਜਾਵੇਗਾ। ਜਿਹਦੇ ਕੋਲ ਤੂੰ ਆਪਣੇ ਦੇਵਤਿਆਂ ਨੂੰ ਪਾਵੇਗਾ ਉਹ ਜਿਉਂਦਾ ਨਾ ਰਹੇਗਾ। ਸਾਡੇ ਭਰਾਵਾਂ ਦੇ ਸਾਹਮਣੇ ਜਾਂਚ ਲੈ ਔਰ ਜੋ ਕੁਝ ਤੇਰਾ ਮੇਰੇ ਕੋਲ ਨਿਕਲੇ ਲੈ ਲੈ। ਪਰ ਯਾਕੂਬ ਨਹੀਂ ਜਾਣਦਾ ਸੀ ਕਿ ਰਾਕੇਲ ਨੇ ਉਹਨਾਂ ਨੂੰ ਚੁਰਾਇਆ ਹੈ। ਤਾਂ ਲਾਬਾਨ ਨੇ ਯਾਕੂਬ ਦੇ ਤੰਬੂ ਵਿੱਚ ਔਰ ਲੇਆ ਦੇ ਤੰਬੂ ਵਿੱਚ ਔਰ ਦੋਹਾਂ ਕੋਲੀਆਂ ਦੇ ਤੰਬੂ ਵਿੱਚ ਜਾ ਕੇ ਕੁਝ ਨਾ ਪਾਇਆ ਅਤੇ ਲੇਆ ਦੇ ਤੰਬੂ ਵਿੱਚੋਂ ਨਿਕਲ ਕੇ ਰਾਕੇਲ ਦੇ ਤੰਬੂ ਵਿੱਚ ਆਇਆ। ਤਾਂ ਰਾਕੇਲ ਨੇ ਉਹਨਾਂ ਘਰੇਲੂ ਬੁੱਤਾਂ ਨੂੰ ਲੈ ਕੇ ਊਠ ਦੇ ਕਛਾਵੇ ਵਿੱਚ ਰੱਖਿਆ ਔਰ ਉਹਨਾਂ ਦੇ ਉੱਤੇ ਬੈਠ ਗਈ। ਔਰ ਲਾਬਾਨ ਨੇ ਸਾਰਾ ਤੰਬੂ ਢੋਇਆ ਪਰ ਕੁਝ ਨਾ ਲੱਭਾ। ਤਾਂ ਉਸ ਆਪਣੇ ਪਿਤਾ ਨੂੰ ਆਖਿਆ, ਹੈ ਮੇਰੇ ਸਵਾਮੀ, ਤੁਹਾਡੀਆਂ ਅੱਖਾਂ ਵਿੱਚ ਇਹ ਗੱਲ ਗਰਜੰਗੀ ਦੀ ਨਾ ਹੋਵੇ ਕਿ ਮੈਂ ਤੁਹਾਡੇ ਸਾਹਮਣੇ ਨਾ ਉੱਠ ਸਕੀ ਕਿਉਂ ਜੋ ਮੈਂ ਤੀਵੀਆਂ ਵਾਲੇ ਹਾਲ ਵਿੱਚ ਹਾਂ। ਸੋ ਉਸਨੇ ਢੋਇਆ ਪਰ ਉਸਨੂੰ ਉਹ ਬੁੱਤ ਨਾ ਲੱਭੇ। ਇਹ ਗੱਲ ਯਾਕੂਬ ਲਈ ਸੀ ਗਰਜੰਗੀ ਦੀ ਸੀ ਅਤੇ ਲਾਬਾਨ ਦੇ ਨਾਲ ਝਗੜਨ ਲੱਗਾ। ਅਤੇ ਯਾਕੂਬ ਨੇ ਲਾਬਾਨ ਨੂੰ ਉੱਤਰ ਦੇ ਕੇ ਆਖਿਆ, ਮੇਰਾ ਕੀ ਦੋਸ਼ ਔਰ ਮੇਰਾ ਕੀ ਪਾਪ ਹੈ ਜੋ ਤੈਂ ਇੰਨਾ ਤੱਤਾ ਹੋ ਕੇ ਮੇਰਾ ਪਿੱਛਾ ਕੀਤਾ। ਤੈਂ ਜੋ ਮੇਰਾ ਸਾਰਾ ਅਸਬਾਬ ਢੋਇਆ, ਤੇਰੇ ਘਰ ਦੇ ਅਸਬਾਬ ਦਾ ਤੈਨੂੰ ਕੀ ਲੱਭਾ। ਉਹਨੂੰ ਇੱਥੇ ਆਪਣੇ ਔਰ ਮੇਰੇ ਭਰਾਵਾਂ ਦੇ ਅੱਗੇ ਰੱਖ ਤਾਂ ਜੋ ਉਹ ਸਾਡਾ ਦੋਹਾਂ ਦਾ ਨਿਆਂ ਕਰਨ। ਮੈਂ ਇਨ੍ਹਾਂ 20 ਵਰ੍ਹਿਆਂ ਤੱਕ ਤੇਰੇ ਸੰਗ ਰਿਹਾ, ਤੇਰੀਆਂ ਭੇਡਾਂ ਔਰ ਬੱਕਰੀਆਂ ਦਾ ਖੱਬਣਾ ਡਿੱਗਿਆ ਔਰ ਤੇਰੇ ਇੱਜੜ ਦੇ ਮੇਢੇ ਮੈਂ ਨਹੀਂ ਖਾਧੇ ਔਰ ਫਟੜਾ ਨੂੰ ਮੈਂ ਤੇਰੇ ਕੋਲ ਨਹੀਂ ਲਿਆਂਦਾ, ਸਗੋਂ ਉਹਨਾਂ ਦਾ ਘਾਟਾ ਮੈਂ ਚੱਲਿਆ। ਔਰ ਉਹ ਜਿਹੜੇ ਦਿਨ ਜਾਂ ਰਾਤ ਨੂੰ ਚੋਰੀ ਹੋ ਗਿਆ ਉਹ ਤੈਂ ਮੈਥੋਂ ਮੰਗਿਆ। ਇਹ ਮੇਰਾ ਹਾਲ ਸੀ ਭਈ ਦਿਨੇ ਧੁੱਪ ਔਰ ਰਾਤੀ ਪਾਲੇ ਮੈਨੂੰ ਖਾ ਲਿਆ ਅਤੇ ਨੀਂਦਰ ਮੇਰੀਆਂ ਅੱਖਾਂ ਤੋਂ ਨੱਟ ਗਈ। ਇਹ 20 ਵਰ੍ਹੇ ਮੈਂ ਤੇਰੇ ਘਰ ਵਿੱਚ ਰਿਹਾ। ਮੈਂ 14 ਵਰ੍ਹੇ ਤੇਰੀਆਂ ਦੋਹਾਂ ਧੀਆਂ ਲਈ ਤੇਰੀ ਟਹਿਲ ਕੀਤੀ ਅਤੇ 6 ਸਾਲ ਤੇਰੀਆਂ ਭੇਡਾਂ ਲਈ ਅਤੇ ਤੈਂ 10 ਵਾਰ ਮੇਰੀ ਤਲਬ ਨੂੰ ਬਦਲਿਆ। ਜੇਕਰ ਮੇਰੇ ਪਿਤਾ ਦਾ ਪਰਮੇਸ਼ਰ, ਅਬਰਾਹਮ ਦਾ ਪਰਮੇਸ਼ਰ ਅਤੇ ਇਸਹਾਕ ਦਾ ਡਰ ਮੇਰੇ ਸੰਗ ਨਾ ਹੁੰਦਾ ਤਾਂ ਮੈਨੂੰ ਜ਼ਰੂਰ ਸਕਨੇ ਹੱਥ ਕੱਢ ਦਿੱਤਾ ਹੁੰਦਾ। ਪਰਮੇਸ਼ਰ ਨੇ ਮੇਰਾ ਕਸ਼ਟ ਔਰ ਮੇਰੇ ਹੱਥਾਂ ਦੀ ਮਿਹਨਤ ਵੇਖੀ ਔਰ ਕੱਲ ਰਾਤ ਤੈਨੂੰ ਛਿੜਕਿਆ। ਤਾਂ ਲਾਬਾਨ ਨੇ ਯਾਕੂਬ ਨੂੰ ਉੱਤਰ ਦੇ ਕੇ ਆਖਿਆ, ਇਹ ਧੀਆਂ ਮੇਰੀਆਂ ਧੀਆਂ ਔਰ ਇਹ ਪੁੱਤਰ ਮੇਰੇ ਪੁੱਤਰ ਔਰ ਇਹ ਇੱਜੜ ਮੇਰੇ ਇੱਜੜ ਹਨ ਔਰ ਜੋ ਤੂੰ ਵੇਖਦਾ ਹੈ ਸਭ ਮੇਰਾ ਹੈ। ਹੁਣ ਮੈਂ ਅੱਜ ਦੇ ਦਿਨ ਆਪਣੀਆਂ ਇਨ੍ਹਾਂ ਧੀਆਂ ਨੂੰ ਔਰ ਇਨ੍ਹਾਂ ਤੋਂ ਜੰਮੇ ਹੋਏ ਪੁੱਤਰਾਂ ਨੂੰ ਕੀ ਕਰਾਂ। ਸੋ ਹੁਣ ਤੂੰ ਆ ਜੋ ਮੈਂ ਔਰ ਤੂੰ ਆਪਣੇ ਵਿੱਚ ਇੱਕ ਨੇਮ ਬਣੀਏ ਤਾਂ ਉਹ ਮੇਰੇ ਤੇਰੇ ਵਿਚਕਾਰ ਸਾਕੀ ਹੋਵੇ। ਤਾਂ ਯਾਕੂਬ ਨੇ ਇੱਕ ਪੱਥਰ ਲੈ ਕੇ ਦਮ ਖੜਾ ਕੀਤਾ ਔਰ ਯਾਕੂਬ ਨੇ ਆਪਣੇ ਭਰਾਵਾਂ ਨੂੰ ਆਖਿਆ, ਪੱਥਰ ਇਕੱਠੇ ਕਰੋ। ਉਪਰੰਤ ਉਹਨਾਂ ਨੇ ਪੱਥਰ ਲੈ ਕੇ ਇੱਕ ਢੇਰ ਲਾ ਦਿੱਤਾ ਔਰ ਉਹਨਾਂ ਨੇ ਉੱਤੇ ਉਸ ਢੇਰ ਕੋਲ ਖਾਧਾ। ਤਾਂ ਲਾਬਾਨ ਨੇ ਉਸ ਦਾ ਨਾਮ ਯਗਰ ਸਹੂਤ ਦਾ
ਰੱਖਿਆ, ਪਰ ਯਾਕੂਬ ਨੇ ਉਸ ਦਾ ਨਾਮ ਗਲੇਦ ਰੱਖਿਆ। ਤਾਂ ਲਾਬਾਨ ਆਖਿਆ ਕਿ ਅੱਜ ਇਹ ਢੇਰ ਮੇਰੇ ਔਰ ਤੇਰੇ ਵਿੱਚ ਸਾਖੀ ਹੋਵੇ। ਇਸ ਕਾਰਨ ਉਸ ਦਾ ਨਾਮ ਗਲੇਦ ਰੱਖਿਆ। ਔਰ ਮਿਸਪਾ ਵੀ ਇਸ ਲਈ ਕਿ ਉਸ ਆਖਿਆ ਕਿ ਯਹੋਵਾ ਮੇਰੀ ਔਰ ਤੇਰੀ ਜਦ ਅਸੀਂ ਇੱਕ ਦੂਜੇ ਤੋਂ ਓਲੇ ਹੋਈਏ ਰਾਖੀ ਕਰੇ। ਜੇ ਤੂੰ ਮੇਰੀਆਂ ਧੀਆਂ ਨੂੰ ਤੰਗ ਰੱਖੇ ਔਰ ਉਹਨਾਂ ਤੋਂ ਬਿਨਾਂ ਹੋਰ ਤੀਵੀਆਂ ਲੈ ਆਵੇ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ, ਪਰ ਵੇਖ ਪਰਮੇਸ਼ਰ ਮੇਰੇ ਔਰ ਉਹਨਾਂ ਤੇਰੇ ਵਿੱਚ ਸਾਖੀ ਹੈ। ਨਾਲੇ ਲਾਬਾਨ ਨੇ ਯਾਕੂਬ ਨੂੰ ਆਖਿਆ, ਵੇਖ ਇਹ ਢੇਰ ਔਰ ਵੇਖ ਇਹ ਤੰਮ ਜੋ ਮੈਂ ਆਪਣੇ ਔਰ ਤੇਰੇ ਵਿੱਚ ਖੜਾ ਕੀਤਾ ਹੈ, ਇਹ ਢੇਰ ਸਾਖੀ ਹੈ ਔਰ ਇਹ ਤੰਮ ਸਾਖੀ ਹੈ ਕਿ ਬੁਰੀਆਈ ਲਈ ਮੈਂ ਇਸ ਢੇਰ ਤੋਂ ਤੇਰੀ ਵੱਲ ਨਾ ਲੰਘਾਂ ਅਤੇ ਤੂੰ ਵੀ ਇਸ ਢੇਰ ਔਰ ਇਸ ਤੰਮ ਤੋਂ ਮੇਰੀ ਵੱਲ ਨਾ ਲੰਘੇ। ਅਬਰਾਹਮ ਦਾ ਪਰਮੇਸ਼ਰ ਔਰ ਨਾਹੋਰ ਦਾ ਪਰਮੇਸ਼ਰ ਔਰ ਉਹਨਾਂ ਦੇ ਪਿਤਾ ਦੇ ਦੇਵਤੇ ਸਾਡੇ ਨਿਆਂ ਕਰਨ। ਤਾਂ ਯਾਕੂਬ ਆਪਣੇ ਪਿਤਾ ਇਸਹਾਕ ਦੇ ਡਰ ਦੀ ਸਹੁੰ ਖਾਧੀ। ਤਾਂ ਯਾਕੂਬ ਨੇ ਉਸ ਪਹਾੜ ਉੱਤੇ ਪੈਟ ਚੜਾਈ ਔਰ ਆਪਣੇ ਭਰਾਵਾਂ ਨੂੰ ਰੋਟੀ ਖਾਣ ਨੂੰ ਬੁਲਾਇਆ। ਤਾਂ ਉਹਨਾਂ ਰੋਟੀ ਖਾਧੀ ਔਰ ਪਹਾੜ ਉੱਤੇ ਰਾਤ ਕੱਟੀ। ਤਾਂ ਲਾਬਾਨ ਨੇ ਸਵੇਰ ਉੱਠ ਕੇ ਆਪਣੇ ਪੁੱਤਰਾਂ ਔਰ ਧੀਆਂ ਨੂੰ ਚੁੰਮਿਆ ਔਰ ਉਹਨਾਂ ਨੂੰ ਬਰਕਤ ਦਿੱਤੀ ਔਰ ਲਾਬਾਨ ਤੁਰ ਕੇ ਆਪਣੇ ਅਸਥਾਨ ਨੂੰ ਮੁੜ ਗਿਆ। ਆਮੀਨ। ਪਹਿਲਾ ਸਮੂਏਲ ਦੀ ਪੋਥੀ ਅਧਿਆਇ 13। ਸਾਊਲ 30 ਵਰ੍ਹਿਆਂ ਦਾ ਸੀ ਜਦ ਉਹ ਰਾਜ ਕਰਨ ਲੱਗਾ ਅਤੇ ਜਾਂ ਉਸਨੇ ਇਸਰਾਏਲ ਉੱਤੇ 2 ਵਰ੍ਹੇ ਰਾਜ ਕਰ ਲਿਆ। ਤਾਂ ਸਾਊਲ ਨੇ ਇਸਰਾਏਲ ਦੇ 3000 ਮਨੁੱਖ ਆਪਣੇ ਲਈ ਚੁਣ ਲਏ। 2000 ਮਿਕਮਾਸ ਵਿੱਚ ਅਤੇ ਬੇਤੇਲ ਦੇ ਪਹਾੜ ਵਿੱਚ ਸਾਊਲ ਨਾਲ ਰਹੇ ਅਤੇ 1000 ਬੈਨਯਾਮੀਨ ਦੇ ਗਿਬਿਆ ਵਿੱਚ ਯੋਨਤਾਨ ਦੇ ਨਾਲ ਰਹੇ। ਅਤੇ ਉਹਨੇ ਬਾਕੀ ਦੀਆਂ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਿਆ ਕੀਤਾ। ਯੋਨਤਾਨ ਨੇ ਫਿਲਿਸਤੀਆਂ ਦੇ ਬਾਰੂਆਂ ਨੂੰ ਜੋ ਗਿਬਿਆ ਵਿੱਚ ਸਨ ਮਾਰਿਆ ਅਤੇ ਇਹ ਗੱਲ ਫਿਲਿਸਤੀਆਂ ਨੇ ਸੁਣੀ ਅਤੇ ਸਾਊਲ ਨੇ ਤੁਰੀ ਫੁਕਵਾ ਕੇ ਸਾਰੇ ਦੇਸ਼ ਵਿੱਚ ਇਹ ਡਾਉਂਡੀ ਸੁਣਾਈ ਜੋ ਇਬਰਾਨੀ ਸੁਣ ਲੈਣ। ਅਤੇ ਇਹ ਗੱਲ ਸਾਰੇ ਇਸਰਾਏਲ ਨੇ ਸੁਣੀ ਜੋ ਸਾਊਲ ਨੇ ਫਿਲਿਸਤੀਆਂ ਦੀ ਇੱਕ ਚੌਂਕੀ ਦੇ ਸਿਪਾਹੀ ਮਾਰ ਸੁੱਟੇ ਅਤੇ ਇਸਰਾਏਲੀ ਵੀ ਫਿਲਿਸਤੀਆਂ ਦੀ ਨਿਗਾਹ ਵਿੱਚ ਘਿਨਾਉਣੇ ਹੋ ਗਏ ਅਤੇ ਸਾਊਲ ਕੋਲ ਗਿਲਗਾਲ ਵਿੱਚ ਇਕੱਠੇ ਹੋਏ। ਫਿਲਿਸਤੀ ਵੀ ਇਸਰਾਏਲ ਨਾਲ ਲੜਨ ਨੂੰ ਇਕੱਠੇ ਹੋਏ। ਉਹਨਾਂ ਤੇ 30,000 ਰੱਥ ਅਤੇ 6,000 ਘੋੜੇ ਚੜ੍ਹਦੇ ਸਨ ਅਤੇ ਢੇਰ ਸਾਰੇ ਲੋਕ ਜਿਵੇਂ ਸਮੁੰਦਰ ਦੇ ਕੰਢੇ ਦੀ ਰੇਤ ਹੈ ਸੋ ਉਹ ਚੜ ਆਏ ਅਤੇ ਬੇਤਾਵਾਨ ਦੀ ਚੜ੍ਹਦੀ ਵੱਲ ਮਿਕਮਾਸ ਵਿੱਚ ਡੇਰੇ ਲਾਏ। ਜਾਂ ਇਸਰਾਏਲੀਆਂ ਨੇ ਡਿੱਠਾ ਜੋ ਅਸੀਂ ਪੀੜ ਵਿੱਚ ਫਾਤੇ ਹਾਂ, ਕਿਉਂ ਜੋ ਲੋਕ ਆਕੇ ਓਕੇ ਸਨ ਤਾਂ ਕੁੰਦਰਾਂ ਝਾੜੀਆਂ ਪੱਥਰਾਂ ਗੜਾਂ ਅਤੇ ਟੋਇਆਂ ਵਿੱਚ ਜਾ ਲੁਕੇ ਅਤੇ ਕਈ ਇਬਰਾਨੀ ਯਰਦਨੋਂ ਪਾਰ ਕਾਦ ਅਤੇ ਗਿਲਿਆਦ ਦੇ ਦੇਸ਼ ਨੂੰ ਚਲੇ ਗਏ। ਪਰ ਸਾਊਲ ਗਿਲਗਾਲ ਵਿੱਚ ਹੀ ਰਿਹਾ ਅਤੇ ਉਹ ਸਭ ਲੋਕ ਜੋ ਉਸ ਦੇ ਮਗਰ ਸਨ ਜੋ ਕੰਬਦੇ ਪਏ ਸਨ ਉਹ ਉੱਤੇ ਸਾਮੂਏਲ ਦੇ ਠਹਿਰਾਏ ਹੋਏ ਵੇਲੇ ਦੇ ਅਨੁਸਾਰ 7 ਦਿਨਾਂ ਤੋੜੀ ਠਹਿਰੇ ਰਹੇ। ਪਰ ਸਾਮੂਏਲ ਗਿਲਗਾਲ ਵਿੱਚ ਨਾ ਆਇਆ ਔਰ ਸਾਰੇ ਲੋਕ ਉਹਦੇ ਕੋਲੋਂ ਕਿੰਡ ਗਏ। ਤਦ ਸਾਊਲ ਨੇ ਆਖਿਆ, ਹੋਮ ਦੀ ਬਲੀ ਅਤੇ ਸੁਖ ਸ਼ਾਂਤ ਦੀ ਭੇਂਟ ਮੇਰੇ ਕੋਲ ਲੈ ਆਓ ਅਤੇ ਉਹਨੇ ਹੋਮ ਦੀ ਬਲੀ ਚੜਾਈ। ਅਤੇ ਅਜਿਹਾ ਹੋਇਆ ਜੋ ਜਿਸ ਵੇਲੇ ਉਹ ਹੋਮ ਦੀ ਬਲੀ ਚੜਾ ਚੁੱਕਾ ਤਾਂ ਵੇਖੋ ਸਾਮੂਏਲ ਵੀ ਅੱਪੜ ਪਿਆ ਅਤੇ ਸਾਊਲ ਉਸ ਦੇ ਮਿਲਣ ਨੂੰ ਉਸ ਦੀ ਸੁਖ ਸ਼ਾਂਤ ਪੁੱਛਣ ਨੂੰ ਨਿਕਲਿਆ। ਤਾਂ ਸਾਮੂਏਲ ਨੇ ਪੁੱਛਿਆ, ਤੁਸੀਂ ਕੀ ਕੀਤਾ? ਸਾਊਲ ਬੋਲਿਆ, ਜੋ ਮੈਂ ਡਿੱਠਾ ਪਈ ਲੋਕ ਮੇਰੇ ਕੋਲੋਂ ਕਿੰਡ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ ਅਤੇ ਫਿਲਿਸਤੀ ਮਿਕਮਾਸ ਵਿੱਚ ਇਕੱਠੇ ਹੋਏ। ਤਾਂ ਮੈਂ ਆਖਿਆ,
ਜੋ ਫਲਿਸਤੀ ਮੇਰੇ ਉੱਤੇ ਗਿਲਗਾਲ ਵਿੱਚ ਆਣ ਪੈਣਗੇ ਅਤੇ ਮੈਂ ਹੁਣ ਤੀਕਰ ਯਹੋਵਾ ਦੀ ਕਿਰਪਾ ਦੀ ਬੇਨਤੀ ਨਹੀਂ ਕੀਤੀ, ਇਸ ਲਈ ਮੈਂ ਬੇਵਸ ਹੋ ਕੇ ਹੋਮ ਦੀ ਬਲੀ ਚੜਾਈ। ਤਾਂ ਸਾਮੂਏਲ ਨੇ ਸਾਊਲ ਨੂੰ ਆਖਿਆ, ਤੇ ਮੂਰਖਤਾਈ ਕੀਤੀ ਹੈ, ਕਿਉਂਜੋ ਤੇ ਯਹੋਵਾ ਆਪਣੇ ਪਰਮੇਸ਼ਰ ਦੀ ਆਗਿਆ ਦੀ ਰਾਖੀ ਨਹੀਂ ਕੀਤੀ ਜੋ ਉਸਨੇ ਤੈਨੂੰ ਦਿੱਤੀ ਸੀ। ਨਹੀਂ ਤਾਂ ਯਹੋਵਾ ਹੁਣ ਤੋਂ ਸਦੀਪਕ ਤੋੜੀ ਤੇਰਾ ਰਾਜ ਇਸਰਾਏਲ ਵਿੱਚ ਠਹਿਰਾ ਦਿੱਤਾ, ਪਰ ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ, ਕਿਉਂਜੋ ਯਹੋਵਾ ਨੇ ਇੱਕ ਆਪਣੇ ਮਨ ਦੇ ਅਨੁਸਾਰੀ ਮਨੁੱਖ ਨੂੰ ਪਾਲਿਆ ਅਤੇ ਯਹੋਵਾ ਨੇ ਆਪਣੇ ਲੋਕਾਂ ਦੇ ਪ੍ਰਧਾਨ ਬਣਨ ਲਈ ਉਹਨੂੰ ਆਗਿਆ ਕੀਤੀ, ਕਿਉਂਜੋ ਤੈਂ ਯਹੋਵਾ ਦੀ ਆਗਿਆ ਨੂੰ ਜੋ ਉਸਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ। ਤਾਂ ਸਾਮੂਏਲ ਉੱਠਿਆ ਔਰ ਗਿਲਗਾਲ ਤੋਂ ਬਿਨਯਮੀਨ ਦੇ ਸ਼ਹਿਰ ਗਿਬਾ ਨੂੰ ਚੜ ਗਿਆ। ਤਦ ਸਾਊਲ ਨੇ ਉਹਨਾਂ ਲੋਕਾਂ ਨੂੰ ਉਹਦੇ ਕੋਲ ਸਨ ਗਿਣਿਆ ਅਤੇ ਉਹ ਮਨੁੱਖ 600 ਸਨ। ਅਤੇ ਸਾਊਲ ਅਤੇ ਉਹਦਾ ਪੁੱਤਰ ਯੋਨਾਤਾਨ ਅਤੇ ਉਹਨਾਂ ਦੇ ਨਾਲ ਦੇ ਲੋਕ ਬਿਨਯਮੀਨ ਦੇ ਗਿਬਿਆ ਵਿੱਚ ਆ ਰਹੇ ਅਤੇ ਫਲਿਸਤੀ ਮਿਕਮਾਸ ਵਿੱਚ ਡੇਰੇ ਲਾਏ ਬੈਠੇ ਸਨ। ਲੁਟੇਰੇ ਫਲਿਸਤੀਆਂ ਦੇ ਦਲ ਤੋਂ 3 ਟੋਲੀਆਂ ਹੋ ਕੇ ਨਿਕਲੇ। ਇੱਕ ਟੋਲੀ ਤਾਂ ਸੁਆਲ ਦੇ ਦੇਸ ਨੂੰ ਉਫਰਾ ਦੇ ਰਾਹ ਵੱਲ ਗਈ, ਦੂਜੀ ਟੋਲੀ ਬਿਤਹਰੋਨ ਦੇ ਰਾਹ ਆਈ ਅਤੇ ਤੀਜੀ ਟੋਲੀ ਉਸ ਬੰਨੇ ਦੇ ਰਾਹ ਤੁਰੀ ਜਿਹੜੀ ਸਬੋਇਮ ਦੀ ਕੰਢ ਦੇ ਉੱਤੇ ਉਜਾੜ ਦੇ ਪਾਸੇ ਸੀ। ਉਸ ਵੇਲੇ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਲੁਹਾਰ ਵੀ ਨਹੀਂ ਲੱਭਦਾ ਸੀ, ਕਿਉਂਜੋ ਫਿਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਜੋ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਣਾਉਣ। ਸਗੋਂ ਸਾਰੇ ਇਸਰਾਏਲੀ ਫਿਲਿਸਤੀਆਂ ਦੇ ਕੋਲ ਸਭੇ ਆਪੋ ਆਪਣੇ ਹਲ ਵਾਲੇ ਅਤੇ ਆਪਣੀ ਕਹੀ ਅਤੇ ਆਪਣਾ ਕੁਹਾੜਾ ਅਤੇ ਆਪਣੀ ਦਾਤੀ ਤਿੱਕੇ ਕਰਾਉਣ ਲਈ ਲਹਿ ਜਾਂਦੇ ਸਨ, ਪਰ ਦਾਤੀਆਂ ਹਲ ਫਾਲਾਂ ਤੁੰਗਲੀਆਂ ਅਤੇ ਕੁਹਾੜਿਆਂ ਦੇ ਲਈ ਅਤੇ ਪਰਾਈਨ ਦੀਆਂ ਆਰਾਂ ਨੂੰ ਤਿੱਕੀਆਂ ਕਰਨ ਲਈ ਉਹਨਾਂ ਕੋਲ ਰੇਤੀਆਂ ਤਾਂ ਸਨ। ਸੋ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਹਨਾਂ ਲੋਕਾਂ ਦੇ ਵਿੱਚੋਂ ਜੋ ਸਾਊਲ ਅਤੇ ਯੋਨਾਤਾਨ ਦੇ ਨਾਲ ਸਨ, ਕਿਸੇ ਦੇ ਹੱਥ ਵਿੱਚ ਇੱਕ ਤਲਵਾਰ ਅਤੇ ਇੱਕ ਬਰਜੀ ਵੀ ਨਹੀਂ ਸੀ, ਪਰ ਉਹ ਸਾਊਲ ਅਤੇ ਉਹਦੇ ਪੁੱਤਰ ਯੋਨਾਤਾਨ ਦੇ ਕੋਲ ਸਨ। ਤਦ ਫਲਿਸਤੀਆਂ ਦੀ ਚੌਂਕੀ ਮਿਕਮਾਸ ਦੇ ਦਰੇ ਤੋੜੀ ਅੱਪੜ ਪਈ। ਸਾਮੂਏਲ ਦੀ ਪਹਿਲਾ ਪੋਥੀ ਅਧਿਆਇ 14। ਇੱਕ ਦਿਨ ਅਜਿਹਾ ਹੋਇਆ ਜੋ ਸਾਊਲ ਦੇ ਪੁੱਤਰ ਯੋਨਾਤਾਨ ਨੇ ਉਸ ਜਵਾਨ ਨੂੰ ਜੋ ਉਹਦੇ ਸ਼ਸਤਰ ਚੁੱਕਦਾ ਸੀ ਆਖਿਆ, ਆਵੋ ਅਸੀਂ ਫਿਲਿਸਤੀਆਂ ਦੀ ਚੌਂਕੀ ਵੱਲ ਪਾਰ ਲੰਘੀਏ, ਪਰ ਉਸਨੇ ਆਪਣੇ ਪਿਓ ਨੂੰ ਨਾ ਦੱਸਿਆ। ਅਤੇ ਸਾਊਲ ਗਿਬਿਆ ਦੇ ਲਾਂਘੇ ਵਿੱਚ ਇੱਕ ਅਨਾਰ ਦੇ ਬਿਰਛ ਹੇਠ ਠਹਿਰਾਇਆ ਜੋ ਮਿਗਰੋਨ ਵਿੱਚ ਸੀ ਅਤੇ 600 ਮਨੁੱਖ ਉਸਦੇ ਨਾਲ ਸਨ। ਅਤੇ ਅਹਿਆ ਅਗਟੂਬ ਦਾ ਪੁੱਤਰ ਜੋ ਇਕਬੋਤ ਦਾ ਭਰਾ ਸੀ, ਫਿਨਹਾਸ ਦਾ ਪੋਤਰਾ ਅਤੇ ਯੇਲੀ ਦਾ ਪੜਪੋਤਰਾ ਸੀ, ਸੀਲੋ ਵਿੱਚ ਯੇਫੋਦ ਪਹਿਨੇ ਹੋਏ ਯਹੋਵਾ ਦਾ ਜਾਜਕ ਸੀ। ਅਤੇ ਲੋਕਾਂ ਨੂੰ ਖਬਰ ਨਾ ਹੋਈ ਜੋ ਯੋਨਾਤਾਨ ਚਲਿਆ ਗਿਆ ਹੈ। ਉਸ ਦਰੇ ਵਿੱਚ ਜਿੱਥੇ ਯੋਨਾਤਾਨ ਚਾਹੁੰਦਾ ਸੀ ਪਈ ਫਿਲਿਸਤੀਆਂ ਦੀ ਚੌਂਕੀ ਉੱਤੇ ਜਾ ਪਈਏ। ਇੱਕ ਪਾਸੇ ਵੱਡਾ ਤਿੱਖਾ ਪਹਾੜ ਸੀ ਅਤੇ ਦੂਜੇ ਪਾਸੇ ਵੀ ਇੱਕ ਵੱਡਾ ਤਿੱਖਾ ਪਹਾੜ ਸੀ। ਇੱਕ ਦਾ ਨਾਮ ਬੋਸੇਸ ਅਤੇ ਦੂਜੇ ਦਾ ਨਾਮ ਸਨਾ ਸੀ। ਇੱਕ ਦਾ ਮੂੰਹ ਮਿਕਮਾਸ ਦੇ ਸਾਹਮਣੇ ਉੱਤਰ ਵੱਲ ਸੀ ਅਤੇ ਦੂਏ ਦਾ ਮੂੰਹ ਦੱਖਣ ਵੱਲ ਗਾਬਾ ਦੇ ਸਾਹਮਣੇ ਸੀ। ਤਦ ਯੋਨਾਤਾਨ ਨੇ ਉਸ ਜਵਾਨ ਨੂੰ ਜੋ ਉਹਦੇ ਸ਼ਸਤਰ ਚੁੱਕਦਾ ਸੀ ਆਖਿਆ, ਚੱਲ ਅਸੀਂ ਉੱਤੇ ਉਹਨਾਂ ਅਸੁਨਤਿਆਂ ਦੀ ਚੌਂਕੀ ਵੱਲ ਚੱਲੀਏ ਕਿ ਜਾਣੀਏ ਜੋ ਯਹੋਵਾ ਸਾਡੇ ਲਈ ਕੰਮ ਸਵਾਰੇ, ਕਿਉਂਜੋ ਯਹੋਵਾ ਅੱਗੇ ਕੁਛ ਔਖ ਨਹੀਂ ਜੋ ਬਹੁਤੀਆਂ ਨਾਲ ਛੁਟਕਾਰਾ ਕਰੇ ਜਾਂ ਥੋੜੀਆਂ ਨਾਲ। ਉਹਦੇ ਸ਼ਸਤਰ ਚੁੱਕਣ ਵਾਲੇ ਨੇ ਉਹਨੂੰ ਆਖਿਆ, ਜੋ ਤੁਹਾਡੇ ਮਨ ਵਿੱਚ ਹੈ ਸੋ ਕਰੋ, ਤੁਰੇ ਅਤੇ ਵੇਖੋ, ਮੈਂ ਤਾਂ ਤੁਹਾਡੇ ਮਨ ਦੇ ਅਨੁਸਾਰ ਤੁਹਾਡੇ ਨਾਲ ਹੀ ਹਾਂ। ਤਦ
ਯੋਨਤਾਨ ਬੋਲਿਆ, ਵੇਖ ਅਸੀਂ ਉਹਨਾਂ ਲੋਕਾਂ ਕੋਲ ਪਾਰ ਲੰਘ ਕੇ ਉਹਨਾਂ ਕੋਲ ਆਪ ਨੂੰ ਪ੍ਰਗਟ ਕਰਾਂਗੇ, ਅਤੇ ਜੇ ਉਹ ਸਾਨੂੰ ਇਹ ਆਖਣ ਜਦ ਤੋੜੀ ਅਸੀਂ ਤੁਹਾਡੇ ਕੋਲ ਨਾ ਆਈਏ ਠਹਿਰ ਜਾਓ, ਤਾਂ ਅਸੀਂ ਆਪਣੇ ਤਾਂ ਖਲੋਤੇ ਰਹਾਂਗੇ ਔਰ ਉਹਨਾਂ ਕੋਲ ਨਾ ਚੜਾਂਗੇ। ਪਰ ਜੇ ਉਹ ਯੂੰ ਆਖਣ ਸਾਡੇ ਕੋਲ ਚੜ ਆਓ, ਤਾਂ ਅਸੀਂ ਚੜਾਂਗੇ, ਕਿਉਂ ਜੋ ਯਹੋਵਾ ਨੇ ਉਹਨਾਂ ਨੂੰ ਸਾਡੇ ਹੱਥ ਸੌਂਪ ਦਿੱਤਾ, ਅਤੇ ਇਹ ਸਾਡੇ ਲਈ ਇੱਕ ਨਿਸ਼ਾਨੀ ਹੋਵੇਗਾ। ਤਦ ਉਹਨਾਂ ਦੋਹਾਂ ਨੇ ਫਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਪ੍ਰਗਟ ਕੀਤਾ, ਅਤੇ ਫਲਿਸਤੀ ਬੋਲੇ, ਵੇਖੋ ਇਬਰਾਨੀ ਉਹਨਾਂ ਕੁੰਡਾਂ ਵਿੱਚੋਂ ਨਿਕਲੇ ਆਉਂਦੇ ਹਨ ਜਿੱਥੇ ਉਹ ਲੁਕੇ ਸਨ। ਅਤੇ ਚੌਂਕੀ ਦੇ ਮਨੁੱਖਾਂ ਨੇ ਯੋਨਤਾਨ ਅਤੇ ਉਹਦੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਸਾਡੇ ਕੋਲ ਚੜ ਆਓ, ਤਾਂ ਅਸੀਂ ਤੁਹਾਨੂੰ ਇੱਕ ਗੱਲ ਦੱਸਾਂਗੇ। ਸੋ ਯੋਨਤਾਨ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਹੁਣ ਮੇਰੇ ਮਗਰ ਚੜ ਆ, ਕਿਉਂ ਜੋ ਯਹੋਵਾ ਨੇ ਉਹਨਾਂ ਨੂੰ ਇਸਰਾਏਲ ਦੇ ਵਸ ਪਾ ਦਿੱਤਾ ਹੈ। ਅਤੇ ਯੋਨਤਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਭਾਰ ਚੜ ਗਿਆ, ਅਤੇ ਉਹਦਾ ਸ਼ਸਤਰ ਚੁੱਕਣ ਵਾਲਾ ਉਹਦੇ ਮਗਰ ਹੋਇਆ, ਅਤੇ ਉਹ ਯੋਨਤਾਨ ਦੇ ਅੱਗੇ ਡਿੱਗਦੇ ਜਾਂਦੇ ਸਨ, ਅਤੇ ਉਹਦਾ ਸ਼ਸਤਰ ਚੁੱਕਣ ਵਾਲਾ ਵੀ ਉਹਦੇ ਮਗਰ ਵੱਢੀ ਜਾਂਦਾ ਸੀ। ਸੋ ਇਹ ਪਹਿਲੀ ਵਾਰ ਜੋ ਯੋਨਤਾਨ ਤੇ ਉਹਦੀ ਸ਼ਸਤਰ ਚੁੱਕਣ ਵਾਲੇ ਨੇ ਕੀਤੀ 20 ਮਨੁੱਖਾਂ ਦੀ ਸੀ, ਅਤੇ ਅੱਧੀ ਕੁ ਬਿੰਗਾ ਪਹਿਲੀ ਵਿੱਚ ਹੋਈ। ਤਦ ਡੇਰੇ ਅਤੇ ਰੜੇ ਅਤੇ ਸਾਰਿਆਂ ਲੋਕਾਂ ਵਿੱਚ ਕੰਬਣੀ ਛਿੜ ਪਈ, ਅਤੇ ਉਹ ਚੌਂਕੀ ਅਤੇ ਲੁਟੇਰੇ ਵੀ ਕੰਬੇ, ਅਤੇ ਧਰਤੀ ਵਿੱਚ ਭੂਚਾਲ ਆਇਆ, ਅਤੇ ਇਹ ਜਾਣੋ ਪਰਮੇਸ਼ਰ ਵੱਲੋਂ ਕੰਬਣੀ ਸੀ। ਸਾਊਲ ਦੇ ਬਾਹਰੂਆਂ ਨੇ ਜੋ ਬੈਨਯਾਮੀਨ ਦੇ ਗਿਬਾ ਵਿੱਚ ਸਨ ਡਿੱਠਾ, ਤਾਂ ਵੇਖੋ ਉਸ ਦਲ ਦੇ ਲੋਕ ਟਲ ਜਾਂਦੇ ਸਨ, ਅਤੇ ਉਹ ਇੱਧਰ ਉੱਧਰ ਤੁਰੇ ਜਾਂਦੇ ਸਨ। ਤਦ ਸਾਊਲ ਨੇ ਆਪਣੇ ਨਾਲ ਦੇ ਲੋਕਾਂ ਨੂੰ ਆਖਿਆ, ਗਿਣੋ ਅਤੇ ਲੱਭੋ ਜੋ ਸਾਡੇ ਵਿੱਚੋਂ ਕੌਣ ਗਿਆ ਹੈ। ਜਦ ਉਹਨਾਂ ਨੇ ਗਿਣਿਆ, ਤਾਂ ਵੇਖੋ ਯੋਨਤਾਨ ਔਰ ਉਹਦੇ ਸ਼ਸਤਰ ਚੁੱਕਣ ਵਾਲੇ ਨੂੰ ਨਾ ਲੱਭਾ। ਉਸ ਵੇਲੇ ਸਾਊਲ ਨੇ ਅਗਿਆ ਨੂੰ ਆਖਿਆ, ਪਰਮੇਸ਼ਰ ਦਾ ਸੰਦੂਕ ਇੱਥੇ ਲੈ ਆਓ, ਕਿਉਂ ਜੋ ਉਹ ਉਸ ਦਿਨ ਪਰਮੇਸ਼ਰ ਦਾ ਸੰਦੂਕ ਇਸਰਾਏਲੀਆਂ ਦੇ ਵਿਚਕਾਰ ਹੈ ਸੀ। ਤਾਂ ਅਜਿਹਾ ਹੋਇਆ ਭਈ ਜਿਸ ਵੇਲੇ ਸਾਊਲ ਜਾਜਕ ਦੇ ਨਾਲ ਗੱਲ ਕਰਦਾ ਸੀ, ਤਾਂ ਫਿਲਿਸਤੀਆਂ ਦੇ ਡੇਰੇ ਵਿੱਚ ਜੋ ਰੌਲਾ ਪਿਆ ਸੋ ਵੱਧਦਾ ਜਾਂਦਾ ਸੀ। ਅਤੇ ਸਾਊਲ ਨੇ ਜਾਜਕ ਨੂੰ ਆਖਿਆ, ਆਪਣਾ ਹੱਥ ਹਟਾ ਲੈ। ਅਤੇ ਸਾਊਲ ਔਰ ਸਾਰੇ ਲੋਕ ਜੋ ਉਹਦੇ ਨਾਲ ਸਨ ਇਕੱਠੇ ਹੋਏ ਤੇ ਲੜਾਈ ਨੂੰ ਆਏ, ਤੇ ਵੇਖੋ ਸਭ ਕਿਸੇ ਦੀ ਤਲਵਾਰ ਆਪਣੇ ਨਾਲ ਦੇ ਉੱਤੇ ਚਲੀ, ਅਤੇ ਵੱਡੀ ਹਲ ਚਲੀ ਪੈਗੀ। ਉਹ ਇਬਰਾਨੀ ਜੋ ਪਹਿਲਾਂ ਫਲਿਸਤੀਆਂ ਦੇ ਨਾਲ ਸਨ, ਅਤੇ ਜੋ ਚੁਫੇਰਿਓਂ ਇਕੱਠੇ ਹੋ ਕੇ ਉਹਦੇ ਨਾਲ ਡੇਰੇ ਵਿੱਚ ਆਏ ਸਨ, ਸੋ ਮੁੜ ਕੇ ਉਹਨਾਂ ਹੀ ਇਸਰਾਏਲੀਆਂ ਵਿੱਚ ਜੋ ਸਾਊਲ ਅਤੇ ਯੋਨਤਾਨ ਦੇ ਸੰਗ ਸਨ ਰਲ ਗਏ। ਅਤੇ ਉਹਨਾਂ ਸਭਨਾ ਇਸਰਾਏਲੀ ਮਨਕਾਂ ਨੇ ਵੀ ਜੋ ਅਫਰਾਈਮ ਦੇ ਪਹਾੜ ਵਿੱਚ ਲੁਕ ਰਹੇ ਸਨ, ਜਦ ਸੁਣਿਆ ਪਈ ਫਿਲਿਸਤੀ ਭੱਜ ਗਏ, ਉਸੇ ਵੇਲੇ ਨਿਕਲ ਕੇ ਉਹਨਾਂ ਨੇ ਵੀ ਲੜਾਈ ਵਿੱਚ ਉਹਨਾਂ ਦਾ ਪਿੱਛਾ ਕੀਤਾ। ਸੋ ਯਹੋਵਾ ਨੇ ਉਸ ਦਿਨ ਇਸਰਾਏਲ ਨੂੰ ਛੁਟਕਾਰਾ ਦਿੱਤਾ, ਅਤੇ ਲੜਾਈ ਬੇਤਾਵਾਨ ਦੇ ਪਰਲੇ ਪਾਸੇ ਤੋੜੀ ਆਪੜ ਪਈ। ਇਸਰਾਏਲੀ ਮਨੁੱਖ ਉਸ ਦਿਨ ਬਹੁਤ ਔਖੇ ਸਨ, ਕਿਉਂ ਜੋ ਸਾਊਲ ਨੇ ਲੋਕਾਂ ਨੂੰ ਸੋਚ ਚੁਕਾ ਕੇ ਯੂੰ ਆਖਿਆ ਸੀ ਕਿ ਜਿਹੜਾ ਅੱਜ ਤਕਾਲਾ ਤੋੜੀ ਭੋਜਨ ਰੱਖੇ ਉਹਦੇ ਉੱਤੇ ਸਰਾਪ ਹੋਵੂ। ਇਸ ਕਰਕੇ ਜੋ ਮੈਂ ਆਪਣੀ ਵੇਰੀਆਂ ਤੋਂ ਬਦਲਾ ਲਵਾਂ, ਸੋ ਉਹਨਾਂ ਲੋਕਾਂ ਵਿੱਚ ਕਿਸੇ ਨੇ ਭੋਜਨ ਨਹੀਂ ਚੱਕਿਆ ਸੀ। ਸਭ ਲੋਕ ਇੱਕ ਬਨ ਵਿੱਚ ਜਾ ਪਹੁੰਚੇ, ਅਤੇ ਉੱਥੇ ਬੋਹੇ ਉੱਤੇ ਸਹਿਤ ਹੈ ਸੀ। ਅਤੇ ਜਿਸ ਵੇਲੇ ਇਹ ਲੋਕ ਉਸ ਬਨ ਵਿੱਚ ਆਪੜ, ਤਾਂ ਵੇਖੋ ਉੱਤੇ ਸਹਿਤ ਚਾਹੁੰਦਾ ਹੈ, ਪਰ ਕਿਸੇ ਨੇ ਆਪਣੇ ਮੂੰਹ ਵੱਲ ਹੱਥ ਨਾ ਚੁੱਕਿਆ, ਕਿਉਂ ਜੋ ਲੋਕ ਉਸ ਸੌਂ ਤੋਂ ਡਰੇ। ਪਰ ਜਿਸ ਵੇਲੇ ਉਹਦੇ ਪਿਓ ਨੇ ਲੋਕਾਂ ਕੋਲੋਂ ਸਹੁੰ ਚੁਕਾਈ ਸੀ, ਉਸ ਵੇਲੇ ਯੋਨਤਾਨ ਨੇ ਨਹੀਂ ਸੁਣਿਆ ਸੀ, ਅਤੇ ਉਹਨੇ ਆਪਣੇ ਹਥਲੀ ਸੋਟੀ ਦੇ ਸਿਰੇ ਨੂੰ ਸਹਿਤ ਦੇ ਚੱਤੇ ਵਿੱਚ ਵਾੜਿਆ, ਅਤੇ ਹੱਥ ਮੂੰਹ ਵੱਲ ਕੀਤਾ, ਅਤੇ ਉਹਦੀਆਂ ਅੱਖੀਆਂ ਉਗੜ ਆਈਆਂ। ਤਦ ਉਹਨਾਂ
ਲੋਕਾਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਤੁਹਾਡੇ ਪਿਓ ਨੇ ਲੋਕਾਂ ਕੋਲੋਂ ਸੋਚ ਚੁਕਾ ਕੇ ਆਖਿਆ ਸੀ ਭਈ ਜਿਹੜਾ ਮਨੁੱਖ ਅੱਜ ਦੇ ਦਿਨ ਭੋਜਨ ਖਾਵੇ ਉਹਦੇ ਉੱਤੇ ਸਰਾਪ ਹੋਵੇ। ਅਤੇ ਉਸ ਵੇਲੇ ਲੋਕ ਤੱਕੇ ਹੋਏ ਸਨ। ਤਾਂ ਯੋਨਾਤਾਨ ਬੋਲਿਆ, ਮੇਰੇ ਪਿਓ ਨੇ ਦੇਸ਼ ਨੂੰ ਦੁੱਖ ਦਿੱਤਾ। ਵੇਖੋ ਮੈਂ ਰਥਾਕੂ ਸਹਿਤ ਚੱਕਿਆ ਥਾਂ ਮੇਰੀਆਂ ਅੱਖੀਆਂ ਉਂਗੜ ਆਈਆਂ ਹਨ। ਜੇ ਕਦੀ ਸਾਰੇ ਲੋਕ ਵੇਰਿਆਂ ਦੀ ਲੁੱਟ ਵਿੱਚ ਜੋ ਉਹਨਾਂ ਨੇ ਪਾਈ ਸੀ ਰੱਜ ਕੇ ਖਾਂਦੇ ਤਾਂ ਕਿਹੋ ਜਿਹਾ ਵਧਿਕ ਚੰਗਾ ਹੁੰਦਾ। ਭਲਾ ਅਜਿਹਾ ਨਹੀਂ ਹੁੰਦਾ ਜੋ ਇਸ ਵੇਲੇ ਫਲਿਸਤੀਆਂ ਦੀ ਇਸ ਨਾਲੋਂ ਵੀ ਹੋਰ ਵਧਿਕ ਵਾੜ ਹੁੰਦੀ। ਸੋ ਉਹਨਾਂ ਨੇ ਉਸ ਦਿਨ ਮਿਕਮਾਸ ਤੋਂ ਲੈ ਕੇ ਆਇਲੋਨ ਤੋੜੀ ਫਲਿਸਤੀਆਂ ਨੂੰ ਮਾਰਿਆ। ਸੋ ਲੋਕ ਬਹੁਤ ਤੱਕ ਪਏ ਸਨ ਅਤੇ ਲੋਕ ਲੁੱਟ ਉੱਤੇ ਆਣ ਪਏ ਅਤੇ ਭੇਡਾਂ ਅਤੇ ਬਲਦਾਂ ਨੂੰ ਫੜ ਕੇ ਅਤੇ ਉਹਨਾਂ ਨੂੰ ਧਰਤੀ ਉੱਤੇ ਵੱਢ ਕੇ ਲਹੂ ਸਣੇ ਖਾ ਗਏ। ਤਦ ਸਾਉਲ ਨੂੰ ਖਬਰ ਹੋਈ ਜੋ ਵੇਖ ਲੋਕ ਯਹੋਵਾ ਦਾ ਪਾਪ ਕਰਦੇ ਹਨ ਜੋ ਲਹੂ ਸਣੇ ਖਾਂਦੇ ਜਾਂਦੇ ਸਨ। ਉਹ ਬੋਲਿਆ, ਤੁਸੀਂ ਦੋਸ਼ ਕੀਤਾ ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ ਲਿਓ। ਫਿਰ ਸਾਉਲ ਨੇ ਆਖਿਆ, ਲੋਕਾਂ ਦੇ ਵਿੱਚ ਕਿੰਡ ਜਾਵੋ ਅਤੇ ਉਹਨਾਂ ਨੂੰ ਆਖੋ ਪਈ ਸਭ ਕੋਈ ਮਨੁੱਖ ਆਪੋ ਆਪਣੇ ਬਲਦ ਅਤੇ ਆਪੋ ਆਪਣੀ ਭੇਡ ਮੇਰੇ ਕੋਲ ਲੈ ਆਵੇ ਅਤੇ ਇਤੋਂ ਵੱਢ ਕੇ ਖਾਵੇ, ਪਰ ਲਹੂ ਸਣੇ ਖਾ ਕੇ ਯਹੋਵਾ ਦਾ ਪਾਪ ਨਾ ਕਰੇ। ਗੱਲ ਕਾਦੀ, ਉਸ ਰਾਤ ਲੋਕਾਂ ਵਿੱਚ ਹਰੇਕ ਮਨੁੱਖ ਆਪੋ ਆਪਣੇ ਬਲਦ ਉੱਤੇ ਹੀ ਲੈ ਆਇਆ ਅਤੇ ਉੱਤੇ ਹੀ ਵੱਢਿਆ। ਅਤੇ ਸਾਉਲ ਨੇ ਯਹੋਵਾ ਦੇ ਲਈ ਇੱਕ ਜਗਵੇਦੀ ਬਣਾਈ। ਇਹ ਪਹਿਲੀ ਜਗਵੇਦੀ ਹੈ ਜੋ ਉਹਨੇ ਯਹੋਵਾ ਦੇ ਲਈ ਬਣਾਈ। ਫਿਰ ਸਾਉਲ ਨੇ ਆਖਿਆ, ਆਓ ਰਾਤ ਨੂੰ ਫਿਲਿਸਤੀਆਂ ਦਾ ਪਿੱਛਾ ਕਰੀਏ ਅਤੇ ਬਰਬਾਦ ਹੁੰਦੀਆਂ ਤੋੜੀ ਉਹਨਾਂ ਨੂੰ ਲੁੱਟੀਏ ਅਤੇ ਉਹਨਾਂ ਵਿੱਚ ਇੱਕ ਮਨੁੱਖ ਨੂੰ ਵੀ ਨਾ ਛੱਡੀਏ। ਅਤੇ ਉਹ ਬੋਲੇ, ਜੋ ਕੁਝ ਤੁਹਾਡਾ ਭਾਵੇ ਸੋ ਕਰੋ। ਤਦ ਜਾਜਕ ਬੋਲਿਆ, ਆਵੋ ਅਤੇ ਪਰਮੇਸ਼ਰ ਦੇ ਨੇੜੇ ਹੋਈਏ। ਉਪਰੰਤ ਸਾਉਲ ਨੇ ਪਰਮੇਸ਼ਰ ਤੋਂ ਸਲਾਹ ਪੁੱਛੀ, ਜੋ ਮੈਂ ਫਲਿਸਤੀਆਂ ਦਾ ਪਿੱਛਾ ਕਰਨ ਨੂੰ ਲਹਾਂ ਤਾਂ ਤੂੰ ਉਹਨਾਂ ਨੂੰ ਇਸਰਾਏਲ ਦੇ ਹੱਥਾਂ ਵਿੱਚ ਸੌਂਪੇਗਾ। ਪਰ ਉਸਨੇ ਉਸ ਦਿਨ ਉਹਨੂੰ ਕੁਝ ਉੱਤਰ ਨਾ ਦਿੱਤਾ। ਤਦ ਸਾਉਲ ਨੇ ਆਖਿਆ, ਲੋਕਾਂ ਦੇ ਸਾਰੇ ਸਰਦਾਰ ਇੱਥੇ ਨੇੜੇ ਆਉਣ ਅਤੇ ਲੱਭਣ ਔਰ ਵੇਖਣ ਜੋ ਅੱਜ ਦੇ ਦਿਨ ਕਿਕੁਰ ਪਾਪ ਹੋਇਆ ਹੈ। ਕਿਉਂ ਜੋ ਜੀਵਦੇ ਯਹੋਵਾ ਦੀ ਸਹੁੰ ਜੋ ਇਸਰਾਏਲ ਦਾ ਛੁਟਕਾਰਾ ਕਰਦਾ ਹੈ, ਜੇ ਮੇਰੇ ਪੁੱਤਰ ਯੋਨਾਤਾਨ ਤੋਂ ਵੀ ਹੋਵੇ ਤਾਂ ਉਹ ਜ਼ਰੂਰ ਮਰ ਜਾਵੇ। ਅਤੇ ਸਾਰਿਆਂ ਲੋਕਾਂ ਵਿੱਚੋਂ ਕਿਸੇ ਮਨੁੱਖ ਨੇ ਉਸ ਦਾ ਉੱਤਰ ਨਾ ਦਿੱਤਾ। ਤਦ ਉਸਨੇ ਸਾਰੇ ਇਸਰਾਏਲ ਨੂੰ ਆਖਿਆ, ਤੁਸੀਂ ਸਾਰੇ ਇੱਕ ਪਾਸੇ ਹੋਵੇ ਅਤੇ ਮੈਂ ਔਰ ਮੇਰਾ ਪੁੱਤਰ ਯੋਨਾਤਾਨ ਦੂਜੇ ਪਾਸੇ ਹੋਈਏ। ਤਦ ਲੋਕ ਸਾਉਲ ਨੂੰ ਬੋਲੇ, ਜੋ ਤੁਹਾਨੂੰ ਚੰਗਾ ਦਿਸੇ ਸੋ ਕਰੋ। ਸਾਉਲ ਨੇ ਯਹੋਵਾ ਇਸਰਾਏਲ ਦੇ ਪਰਮੇਸ਼ਰ ਨੂੰ ਆਖਿਆ, ਸੱਚਾ ਗੁਨਾਹ ਪਾ। ਤਦ ਸਾਉਲ ਅਤੇ ਯੋਨਾਤਾਨ ਫੜੇ ਗਏ ਪਰ ਲੋਕ ਬਚ ਗਏ। ਤਦ ਸਾਉਲ ਨੇ ਆਖਿਆ, ਮੇਰੇ ਅਤੇ ਮੇਰੇ ਪੁੱਤਰ ਯੋਨਾਤਾਨ ਦੇ ਨਾਂ ਉੱਤੇ ਵੀ ਗੁਨਾਹ ਪਾ। ਤਦ ਯੋਨਾਤਾਨ ਫੜਿਆ ਗਿਆ। ਤਾਂ ਸਾਉਲ ਨੇ ਯੋਨਾਤਾਨ ਨੂੰ ਆਖਿਆ, ਮੈਨੂੰ ਦੱਸ ਤਾਂ ਕੀ ਕੀਤਾ ਹੈ। ਯੋਨਾਤਾਨ ਨੇ ਉਸ ਨੂੰ ਦੱਸਿਆ ਅਤੇ ਆਖਿਆ, ਮੈਂ ਤਾਂ ਨਿਰੀ ਆਪਣੀ ਸੋਟੀ ਦੀ ਚੁੰਬੜ ਨਾਲ ਰਥਾਕੂ ਸਹਿਤ ਚੱਕਿਆ ਸੀ ਅਤੇ ਵੇਖੋ ਮੈਨੂੰ ਹੁਣ ਮਰਨਾ ਪਿਆ। ਸਾਉਲ ਨੇ ਆਖਿਆ, ਪਰਮੇਸ਼ਰ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਤੋਂ ਵੀ ਵਧਿਕ ਪਰ ਹੈ ਯੋਨਾਤਾਨ, ਤੈਨੂੰ ਅਵਸ ਮਰਨਾ ਪਵੇਗਾ। ਤਦ ਲੋਕਾਂ ਨੇ ਸਾਉਲ ਨੂੰ ਆਖਿਆ, ਭਲਾ ਯੋਨਾਤਾਨ ਮਰ ਜਾਵੋ ਜਿਸਨੇ ਇਸਰਾਏਲ ਦੇ ਲਈ ਅਜਿਹਾ ਵੱਡਾ ਛੁਟਕਾਰਾ ਕੀਤਾ ਹੈ। ਪਰਮੇਸ਼ਰ ਨਾ ਕਰੇ, ਜੀਵਦੇ ਪਰਮੇਸ਼ਰ ਦੀ ਸਹੁੰ ਉਹਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ, ਕਿਉਂ ਜੋ ਉਹਨੇ ਅੱਜ ਪਰਮੇਸ਼ਰ ਦੇ ਨਾਲ ਕੰਮ ਕੀਤਾ ਹੈ। ਸੋ ਲੋਕਾਂ ਨੇ ਯੋਨਾਤਾਨ ਨੂੰ ਬਚਾਇਆ ਜੋ ਉਹ ਮਾਰਿਆ ਨਾ ਗਿਆ। ਫਿਰ ਸਾਉਲ ਫਲਿਸਤੀਆਂ ਦਾ ਪਿੱਛਾ ਕਰਨ ਤੋਂ ਹਟ ਕੇ ਉਤਾਹ ਮੁੜ ਗਿਆ ਅਤੇ ਫਲਿਸਤੀ ਆਪਣੇ ਥਾਂ ਨੂੰ ਗਏ। ਸੋ ਸਾਉਲ ਨੇ ਇਸਰਾਏਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੇਰੀਆਂ ਨਾਲ ਚੁਫੇਰਿਓਂ, ਮੋਵਾਬ ਦੇ ਅਤੇ ਅਮੋਨੀਆਂ ਦੇ ਨਾਲ ਅਤੇ ਅਦੋਮ ਦੇ ਅਤੇ ਸੋਬਾ ਦੇ ਰਾਜਿਆਂ ਨਾਲ ਅਤੇ ਫਲਿਸਤੀਆਂ ਦੇ ਨਾਲ ਲੜਾਈ ਕੀਤੀ ਅਤੇ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਹਨਾਂ ਨੂੰ ਦੁੱਖ ਦਿੰਦਾ ਸੀ। ਫਿਰ ਉਸਨੇ ਬਹਾਦਰੀ ਕਰਕੇ ਅਮਲੇਕੀਆਂ ਨੂੰ ਮਾਰਿਆ ਅਤੇ ਇਸਰਾਏਲੀਆਂ ਨੂੰ ਉਹਨਾਂ ਦੇ ਲੁਟੇਰਿਆਂ ਦੇ ਹੱਥੋਂ ਛੁਡਾਇਆ। ਸਾਉਲ ਦੇ ਪੁੱਤਰਾਂ ਦੇ ਨਾਂ ਇਹ ਸਨ, ਯੋਨਾਤਾਨ ਅਤੇ ਇਸਵੀ
ਅਤੇ ਮਾਲਕਿਸੂਆ ਅਤੇ ਉਹਦੀਆਂ ਦੋਹਾਂ ਧੀਆਂ ਦੇ ਨਾਂ ਇਹ ਸਨ। ਵੱਡੀ ਦਾ ਨਾਂ ਮੇਰਬ ਅਤੇ ਨਿੱਕੀ ਦਾ ਨਾਂ ਮੀਕਲ। ਅਤੇ ਸਾਉਲ ਦੀ ਪਤਨੀ ਦਾ ਨਾਂ ਅਹੀਨੋਵਾਮ ਸੀ ਜੋ ਅਹੀਮਾਸ ਦੀ ਧੀ ਸੀ, ਅਤੇ ਉਹਦੇ ਸੈਨਾਪਤੀ ਦਾ ਨਾਂ ਅਬੀਨੇਰ ਸੀ ਜੋ ਸਾਉਲ ਦੇ ਚਾਚੇ ਨੇਰ ਦਾ ਪੁੱਤਰ ਸੀ। ਸਾਉਲ ਦੇ ਪਿਤਾ ਦਾ ਨਾਂ ਕੀਸ ਸੀ ਅਤੇ ਅਬੀਨੇਰ ਦਾ ਪਿਤਾ ਨੇਰ ਅਬੀਏਲ ਦਾ ਪੁੱਤਰ ਸੀ। ਸਾਉਲ ਦੀ ਸਾਰੀ ਉਮਰ ਵਿੱਚ ਫਲਿਸਤੀਆਂ ਨਾਲ ਡਾਢੀ ਲੜਾਈ ਹੁੰਦੀ ਰਹੀ, ਅਤੇ ਜਦ ਸਾਉਲ ਕਿਸੇ ਤਕੜੇ ਮਨੁੱਖ ਜਾਂ ਸੂਰਬੀਰ ਮਨੁੱਖ ਨੂੰ ਵੇਖਦਾ ਸੀ ਤਾਂ ਉਹਨੂੰ ਆਪਣੇ ਕੋਲ ਰੱਖ ਲੈਂਦਾ ਸੀ। ਜਬਰਾਂ ਦੀ ਪੋਥੀ ਅਧਿਆਇ 2। ਕੌਮਾਂ ਕਾਹਨੂੰ ਡੰਡ ਪਾਉਂਦੀਆਂ ਹਨ ਅਤੇ ਉਮਤਾਂ ਵਿਅਰਥ ਸੋਚਾਂ ਕਿਉਂ ਕਰਦੀਆਂ ਹਨ। ਯਹੋਵਾ ਔਰ ਉਹਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ ਅਤੇ ਹਾਕਮ ਆਪੋ ਵਿੱਚ ਮਤਾ ਪਕਾਉਂਦੇ ਹਨ। ਭਈ ਆਵੋ ਅਸੀਂ ਉਹਨਾਂ ਦੀਆਂ ਬੰਧਨਾਂ ਨੂੰ ਤੋੜ ਛੱਡੀਏ ਅਤੇ ਉਹਨਾਂ ਦੀਆਂ ਰੱਸੀਆਂ ਆਪਣੇ ਉਦਾਲਿਓਂ ਲਾ ਸੁੱਟੀਏ। ਜਿਹੜਾ ਸਵਰਗ ਵਿੱਚ ਬੈਠਾ ਹੈ ਉਹ ਹੱਸੇਗਾ, ਪ੍ਰਭੂ ਉਹਨਾਂ ਨੂੰ ਮਖੌਲਾਂ ਵਿੱਚ ਉਡਾਵੇਗਾ। ਤਦ ਉਹ ਉਹਨਾਂ ਨਾਲ ਆਪਣੇ ਕ੍ਰੋਧ ਵਿੱਚ ਬੋਲੇਗਾ ਅਤੇ ਆਪਣੇ ਕੋਪ ਨਾਲ ਉਹਨਾਂ ਨੂੰ ਔਖੀਆਂ ਕਰੇਗਾ। ਪਰ ਮੈਂ ਆਪਣੀ ਪਵਿੱਤਰ ਪਰਬਤ ਸਿਯੋਨ ਉੱਤੇ ਆਪਣੇ ਪਾਤਸ਼ਾਹ ਨੂੰ ਬਹਾ ਦਿੱਤਾ ਹੈ। ਮੈਂ ਫਰਮਾਨ ਦਾ ਹੋਕਾ ਦਿਆਂਗਾ। ਯਹੋਵਾ ਨੇ ਮੈਨੂੰ ਆਖਿਆ ਹੈ ਕਿ ਤੂੰ ਮੇਰਾ ਪੁੱਤਰ ਹੈ, ਮੈਂ ਅੱਜ ਤੈਨੂੰ ਜਨਮ ਦੁਹਾਇਆ ਹੈ। ਮੈਥੋਂ ਮੰਗ ਅਤੇ ਮੈਂ ਕੌਮਾਂ ਤੇਰੀ ਮਿਰਾਸ ਅਤੇ ਧਰਤੀ ਦੇ ਖੰਡੇ ਤੇਰੀ ਮਿਲਕ ਕਰ ਦਿਆਂਗਾ। ਤੂੰ ਲੋਹੇ ਦੇ ਡੰਡੇ ਨਾਲ ਉਹਨਾਂ ਨੂੰ ਭੰਨ ਸੁੱਟੇਗਾ, ਘੁਮਿਆਰ ਦੇ ਭਾਂਡੇ ਵਾਂਗੂ ਤੂੰ ਉਹਨਾਂ ਨੂੰ ਚੁਕਨਾ ਚੂਰ ਕਰ ਦੇਵੇਂਗਾ। ਸੋ ਹੁਣ ਹੈ ਰਾਜਿਓ ਸਿਆਣੇ ਬਣੋ ਅਤੇ ਹੈ ਧਰਤੀ ਦੇ ਨਿਆਂਇਓ ਤੁਸੀਂ ਸਮਝ ਜਾਓ। ਭੈ ਨਾਲ ਯਹੋਵਾ ਦੀ ਸੇਵਾ ਕਰੋ ਅਤੇ ਕੰਬਦੇ ਕੰਬਦੇ ਖੁਸ਼ੀ ਮਨਾਵੋ। ਪੁੱਤਰ ਨੂੰ ਚੁੰਮੋ ਅਤੇ ਉਹ ਕ੍ਰੋਧ ਵਿੱਚ ਆਵੇ ਅਤੇ ਤੁਸੀਂ ਰਾਹ ਵਿੱਚ ਹੀ ਨਾਸ ਹੋ ਜਾਓ, ਕਿਉਂ ਜੋ ਉਸਦਾ ਕ੍ਰੋਧ ਝੱਟ ਭੜਕ ਉੱਠੇਗਾ। ਧੰਨ ਹਨ ਉਹ ਜਿਹੜੇ ਉਸ ਵਿੱਚ ਪਨਾਹ ਲੈਂਦੇ ਹਨ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਉਤਪਤ ਦੇ ਕਿਤਾਬ ਅਧਿਆਇ 31। ਇਸ ਵਿੱਚ ਆਪਾਂ ਵੇਖਦੇ ਹਾਂ ਲਾਬਾਨ ਆਪਣੇ ਪੁੱਤਰਾਂ ਦੇ ਕਾਰਨ ਯਾਕੂਬ ਨਾਲ ਚੰਗਾ ਵਰਤਾਵਾ ਅੱਗੇ ਤਰ੍ਹਾਂ ਨਹੀਂ ਰੱਖਦਾ। ਜਦ ਇਹ ਗੱਲਾਂ ਦੇ ਕਾਰਨ ਯਾਕੂਬ ਔਖਾ ਹੁੰਦਾ ਤਾਂ ਉਹ ਆਪਣੇ ਤੀਵੀਆਂ ਨੂੰ ਰਾਕੇਲ ਅਤੇ ਲਿਆ ਨੂੰ ਇਜੜ ਦੇ ਕੋਲ ਬੁਲਾ ਕੱਲਦਾ। ਤੇਰੇ ਪਿਓ ਦੇ ਚਿਹਰਾ ਅੱਗੇ ਵਾਂਗੂ ਮੇਰੇ ਨਾਲ ਨਹੀਂ, ਸੋ ਮੈਂ ਚਾਹੁੰਦਾ ਹਾਂ ਆਪਾਂ ਉਰੋਂ ਚੱਲੀਏ। ਸਿਰਫ ਇਹ ਕੱਲਾ ਨਹੀਂ, ਜਿਹੜਾ ਪਰਮੇਸ਼ਰ ਮੈਨੂੰ ਬੇਤੇਲ ਦੇ ਵਿੱਚ ਦਰਸ਼ਨ ਦਿੱਤਾ ਸੀ, ਉਹਨੇ ਮੈਨੂੰ ਕੱਲਿਆ ਕਿ ਵਾਪਸ ਆਪਣੇ ਦੇਸ਼ ਨੂੰ ਜਾਣ ਲਈ। ਸੋ ਉਹ ਵੀ ਆਖਦੀਆਂ ਕਿ ਆਪਾਂ ਚੱਲੀਏ ਅਤੇ ਉਹ ਵੀ ਆਪਣੇ ਪਿਓ ਤੋਂ ਇਸ ਗੱਲਾਂ ਤੋਂ ਨਾਰਾਜ਼ ਨੇ। ਸਾਡਾ ਪਿਓ ਲਾਬਾਨ ਸਾਡੇ ਨਾਲ ਧੀਆਂ ਵਾਂਗ ਵਰਤਾਵਾ ਨਹੀਂ ਕੀਤਾ, ਉਹਨੇ ਸਾਨੂੰ ਕੋਲੀਆਂ ਵਾਂਗੂ ਆਪਣੇ ਤਲਬ ਦੇ ਲਈ ਸਾਨੂੰ ਵੇਚ ਦਿੱਤਾ, ਯਾਨੀ ਕਿ ਤੁਹਾਡੇ ਕੋਲ ਵਿਆਹ ਦੇ ਰੂਪ ਦੇ ਵਿੱਚ ਸਾਨੂੰ ਵੇਚ ਦਿੱਤਾ। ਤੇ ਉਹ ਕਹਿੰਦੇ ਇਹ ਸਾਰਾ ਮਾਲ ਧਨ ਜੋ ਹੈ ਸਾਡਾ ਹੈ, ਸਾਡੇ ਪੁੱਤਰਾਂ ਦਾ ਹੈ, ਸੋ ਆਪਾਂ ਚੱਲੀਏ। ਤੇ ਯਾਕੂਬ ਆਖਦਾ ਜੋ ਵੀ ਤੁਹਾਡੇ ਪਿਓ ਦੇ ਮਾਲ ਪਰਮੇਸ਼ਰ ਨੇ ਮੈਨੂੰ ਦਿਵਾਇਆ ਹੈ, ਉਹ ਤੁਹਾਡੇ ਪਿਓ ਦੀ ਗੱਲਾਂ ਨੂੰ ਜਾਣਦਾ ਸੀ, ਤਾਂ ਉਹਨੇ 10 ਵਾਰ ਮੇਰੇ ਤਲਬ ਨੂੰ ਬਦਲਿਆ। ਪਰਮੇਸ਼ਰ ਉਹਦੇ ਸਾਰੇ ਮਾਲ ਨੂੰ ਤਨ ਨੂੰ ਮੇਰਾ ਬਣਾ ਕੇ ਉਹਨੂੰ ਸ਼ਰਮਿੰਦਗੀ ਕੀਤਾ। ਯਾਕੂਬ ਕਹਿੰਦਾ ਮੇਰੇ ਲਈ ਮੇਰਾ ਪਰਮੇਸ਼ਰ ਤੇਰੇ ਪਿਓ ਨਾਲ ਲੜਿਆ। ਇਹ ਗੱਲਾਂ ਆਖ ਕੇ ਉਹ ਉੱਤੋਂ ਚੱਲ ਪੈਂਦੇ। ਜਦ ਲਾਬਾਨ ਨੂੰ ਪਤਾ ਲੱਗਦਾ ਕਿ ਯਾਕੂਬ ਉਸ ਤੋਂ ਭੱਜ ਗਿਆ ਤਾਂ ਉਹ ਉਹਦੇ ਭਰਾਵਾਂ ਨੂੰ ਲੈ ਕੇ ਉਹਦਾ ਪਿੱਛਾ ਕਰਦਾ। ਤਦ ਪਰਮੇਸ਼ਰ ਦਾ ਦੂਤ ਉਹਨੂੰ
ਦਰਸ਼ਨ ਦੇ ਵਿੱਚ ਆਖਦਾ, ਤੂੰ ਯਾਕੂਬ ਨਾਲ ਭਲਾ ਅਤੇ ਬੁਰੀ ਗੱਲ ਤੱਕ ਵੀ ਨਹੀਂ ਕਰਨਾ। ਯਾਨੀ ਕਿ ਪਰਮੇਸ਼ਰ ਯਾਕੂਬ ਨੂੰ ਲਾਬਾਨ ਦੇ ਹੱਥੋਂ ਬਚਾਉਂਦਾ ਹੋਇਆ ਵੇਖਦੇ ਹਾਂ, ਕਿਉਂਕਿ ਯਾਕੂਬ ਪਰਮੇਸ਼ਰ ਦੇ ਗੱਲਾਂ ਦੇ ਅਨੁਸਾਰ ਚੱਲਦਾ ਸੀ, ਆਗਿਆ ਮੰਨਦਾ ਸੀ, ਤਾਂ ਪਰਮੇਸ਼ਰ ਵੀ ਉਹਦੇ ਰਾਹ ਵਿੱਚ ਕੋਈ ਵਿਪਤਾ ਨਾ ਪਹੁੰਚਣ ਲਈ ਉਹਦੇ ਉੱਤੇ ਰਹਿਮ ਕਰਦਾ ਹੋਇਆ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਆਖਰੀ ਵਿੱਚ ਲਾਬਾਨ ਯਾਕੂਬ ਨਾਲ ਨੇਮ ਬਣ ਕੇ ਜਿਵੇਂ ਉਹ ਆਇਆ ਉਵੇਂ ਹੀ ਉਹ ਵਾਪਸ ਚਲੇ ਜਾਂਦਾ। ਇਸ ਪ੍ਰਕਾਰ ਪਹਿਲੇ ਸਮੂਏਲ ਦੀ ਕਿਤਾਬ ਅਧਿਆਇ 13 ਦੇ ਵਿੱਚ ਵੇਖਦੇ ਹਾਂ, ਸਾਊਲ ਜੋ ਉਹ ਸਮੂਏਲ ਆਉਣ ਦੇ ਦੇਰੀ ਦੇ ਕਾਰਨ ਪਰਮੇਸ਼ਰ ਦੇ ਉਸ ਜਗਵੀ ਦੀ ਉੱਤੇ ਛੱਡ ਕੇ ਬਲੀਦਾਨ ਦੇ ਦਿੰਦਾ। ਯਾਨੀ ਕਿ ਸਿਰਫ ਪਰਮੇਸ਼ਰ ਦੇ ਮਸਾ ਕੀਤੇ ਹੋਏ ਉਸ ਦਾਸਗੀ ਕਰ ਸਕਦਾ ਸੀ, ਉਸ ਗੱਲ ਨੂੰ ਕਰਦਾ। ਇਸ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਸਾਮੂਏਲ ਦੇਰੀ ਹੋ ਗਿਆ ਤਾਂ ਉਹਨੇ ਬਲੀ ਚੜਾਇਆ। ਪਰਮੇਸ਼ਰ ਸਾਮੂਏਲ ਦੇ ਦੇਰੀ ਦੇ ਦੁਆਰਾ ਸਾਊਲ ਨੂੰ ਪਰਖਦਾ ਸੀ। ਸਾਰੀ ਰਾਜ ਗਦੀ ਨੂੰ ਸਾਊਲ ਦੇ ਪਰਿਵਾਰ ਦੇ ਲਈ ਦੇਣ ਦੇ ਲਈ ਪਰਮੇਸ਼ਰ ਚਾਹੁੰਦਾ ਸੀ, ਨਾ ਸਿਰਫ ਇਸਰਾਇਲ ਦੇ ਲਈ ਰਾਜਾ, ਪਰ ਜਿਸ ਪ੍ਰਕਾਰ ਪਰਮੇਸ਼ਰ ਨੇ ਦਾਊਦ ਨੂੰ ਆਪਣੇ ਲਈ ਰਾਜ ਦਾ ਮੁਕਟ ਉਸ ਉੱਤੇ ਰੱਖਿਆ ਸੀ, ਉਸੇ ਪ੍ਰਕਾਰ ਸਾਊਲ ਉੱਤੇ ਵੀ ਰੱਖਣਾ ਚਾਹੁੰਦਾ ਸੀ। ਪਰ ਸਾਊਲ ਨੇ ਇਹ ਨਹੀਂ ਸੋਚਿਆ ਪਰਮੇਸ਼ਰ ਨੇ ਮੈਨੂੰ ਰਾਜਾ ਬਣਾਇਆ। ਉਹ ਇਹ ਸੋਚ ਲਿਆ ਮੈਂ ਹੁਣ ਤਾਂ ਰਾਜਾ ਬਣ ਗਿਆ, ਜੋ ਮੈਂ ਚਾਹੁੰਦਾ ਹਾਂ ਉਹ ਕਰ ਸਕਦਾ, ਸੋਚ ਕੇ ਗਲਤੀ ਕਰਦਾ ਅਤੇ ਇੱਕ ਬਹੁਤ ਵੱਡੀ ਅਨੋਖਾ ਮੌਕਾ ਨੂੰ ਕੋ ਬੈਠਦਾ ਹੋਇਆ ਇਸ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ। ਇਸੇ ਪ੍ਰਕਾਰ ਪਹਿਲਾ ਸਮੂਏਲ ਦੀ ਕਿਤਾਬ ਅਧਿਆਇ 14 ਦੇ ਵਿੱਚ ਵੇਖਦੇ ਹਾਂ, ਜਿਸ ਪ੍ਰਕਾਰ ਪਿਓ ਸਾਊਲ ਨੇ ਗਲਤੀ ਕਰਦਾ, ਉਸੇ ਪ੍ਰਕਾਰ ਉਹਦਾ ਪੁੱਤਰ ਯੋਨਤਾਨ ਵੀ ਗਲਤੀ ਕਰਦਾ। ਪਿਓ ਨੇ ਪਰਮੇਸ਼ਰ ਦੀ ਆਗਿਆ ਨਹੀਂ ਮੰਨੀਆਂ ਅਤੇ ਪੁੱਤਰ ਨੇ ਪਿਤਾ ਦੀ। ਇਸ ਵਿੱਚ ਵੇਖਦੇ ਹਾਂ ਯੋਨਤਾਨ ਦੇ ਰਾਹੀਂ ਪਰਮੇਸ਼ਰ ਨੇ ਬਹੁਤ ਵੱਡੀ ਜਿੱਤ ਨੂੰ ਇਸਰਾਇਲ ਲਈ ਬਖਸ਼ਦਾ, ਪਰ ਯੋਨਤਾਨ ਆਪਣੀ ਪਿਓ ਦੀ ਗੱਲ ਨੂੰ ਨਾ ਜਾਣਨ ਦੇ ਕਾਰਨ ਉਹ ਉਸ ਸ਼ਹਿਦ ਨੂੰ ਖਾ ਲੈਂਦਾ। ਜਦ ਕਿਸੇ ਔਰ ਨੇ ਉਸ ਨੂੰ ਉਹਦੇ ਪਿਓ ਦੀ ਗੱਲ ਨੂੰ ਸੁਣਾਉਂਦਾ ਤਾਂ ਉਹ ਜਦ ਕਿ ਆਪਣੀ ਗਲਤੀ ਉਹਨੇ ਮੰਨਣਾ, ਪਰ ਮੁੜ ਕੇ ਉਹ ਲੋਕਾਂ ਨੂੰ ਲਾਲਚ ਵਿੱਚ ਪਾਉਂਦਾ। ਜਿਸ ਪ੍ਰਕਾਰ ਮੈਂ ਥੋੜੀ ਸ਼ਹਿਦ ਖਾ ਕੇ ਮੇਰੇ ਅੱਖਾਂ ਖੁੱਲ ਗਈਆਂ, ਇਸੇ ਪ੍ਰਕਾਰ ਜੇ ਤੁਸੀਂ ਲੁੱਟ ਦੇ ਮਾਲ ਵਿੱਚੋਂ ਕੁਝ ਖਾ ਲੈਂਦੇ ਹੋ ਤਾਂ ਤੁਹਾਨੂੰ ਕਿੰਨਾ ਵਧੇਕ ਆਰਾਮ ਮਿਲੇਗਾ। ਇਸ ਪ੍ਰਕਾਰ ਕਹਿ ਕੇ ਉਹ ਲੋਕਾਂ ਦੇ ਵਿਚਕਾਰ ਲਾਲਚ ਨੂੰ ਪੈਦਾ ਕਰਨ ਦਾ ਕਾਰਨ ਬਣਦਾ। ਲੋਕ ਉਹਦੀ ਗੱਲ ਨੂੰ ਸੁਣ ਕੇ ਉਸ ਲੁੱਟ ਦੇ ਮਾਲ ਚੋਂ ਲਹੂ ਸਨੇ ਖਾਂਦੇ। ਜਦ ਇਹ ਗੱਲ ਸਾਊਲ ਨੂੰ ਪਤਾ ਲੱਗਦਾ, ਸਾਊਲ ਯੋਨਤਾਨ ਨੂੰ ਮਾਰਨਾ ਚਾਹੁੰਦਾ, ਪਰ ਸਾਰੇ ਲੋਕ ਮਿਲ ਕੇ ਉਸ ਨੂੰ ਯੋਨਤਾਨ ਜੇ ਪਰਮੇਸ਼ਰ ਦੇ ਆਗਿਆ ਆਪਣੀ ਪਿਓ ਦੇ ਆਗਿਆ ਮੰਨਦਾ ਹੋਇਆ ਲੋਕਾਂ ਦੇ ਵਿਚਕਾਰ ਆਪਣੇ ਡਰ ਨੂੰ ਦਿਖਾਇਆ ਹੁੰਦਾ ਹੋਵੇ ਤਾਂ ਕੀ ਪਤਾ ਪਰਮੇਸ਼ਰ ਯੋਨਤਾਨ ਦੀ ਉਹਨਾਂ ਸਾਰੇ ਚੰਗੇ ਸੁਭਾਅ ਦੇ ਕਾਰਨ ਉਹਦੇ ਉੱਤੇ ਵੀ ਆਪਣੇ ਰਾਜ ਗਦੀ ਨੂੰ ਕਾਇਮ ਕਰ ਸਕਦਾ ਸੀ। ਪਰ ਯੋਨਤਾਨ ਵੀ ਆਪਣੇ ਭੈ ਨੂੰ, ਆਪਣੇ ਡਰ ਨੂੰ ਪਰਮੇਸ਼ਰ ਦੇ ਅੱਗੇ ਨਾ ਪ੍ਰਗਟ ਕੀਤਾ। ਜਬਰਾਂ ਦੀ ਪੋਥੀ ਅਧਿਆਇ 2 ਦੇ ਵਿੱਚ ਵੇਖਦੇ ਹਾਂ, ਪ੍ਰਭੂ ਹਾਕਮਾਂ ਨੂੰ ਕੱਢ ਕੇ ਹਾਕਮਾਂ ਬਣਾਉਣ ਵਾਲਾ ਹੈ ਅਤੇ ਉਹ ਨਿੱਕਿਆਂ ਨੂੰ ਹਾਕਮ ਬਣਾਉਣ ਵਾਲਾ ਹੈ। ਪਰ ਜਿਹੜਾ ਪਰਮੇਸ਼ਰ ਦੇ ਉਹਨਾਂ ਆਗਿਆ ਨੂੰ ਤੁੱਝ ਮੰਨਦੇ ਨੇ, ਉਹਨਾਂ ਨੂੰ ਪਰਮੇਸ਼ਰ ਨਾਸ ਕਰਨ ਨੂੰ ਵੀ ਲੋੜ ਪਵੇ ਤਾਂ ਉਹ ਨਾਸ ਕਰ ਦਿੰਦਾ। ਪ੍ਰਭੂ ਦੇ ਪਿਆਰਿਓ, ਜੇ ਪ੍ਰਭੂ ਤੋਂ ਬਰਕਤ ਪਾਣਾ ਤਾਂ ਪ੍ਰਭੂ ਦਾ ਭੈ ਮੰਨ ਕੇ
डर मन के आज्ञा मन के रहना बहुत ही जरूरी है। जेड़ा प्रभु दे राह उत्ते चलेगा उसनु परमेश्वर राखी करेगा कह के इस जबूर दे विच लिखिया होया आपां पढ़दे हां। इन्हां सारे अध्याय दे राही आपां नूं पता लगदा है जेड़ा प्रभु दा भय मनदा है वही प्रभु दी गल्लां नूं मन्नेगा। जेड़ा प्रभु दा भय नहीं मनदा वो कदे भी परमेश्वर दे गल्लां नूं नहीं मननी। प्रभु तुहानू इन्हां सारे वचनां दे राही आसीस देवे। जय मसीह दी। गॉड ब्लेस यू।